ਮਨੂ ਮਹਾਰਾਜ ਦੇ ਦੋ ਪੁੱਤਰ ਸਨ, ਪ੍ਰਿਯਵਰਤ ਅਤੇ ਉਤਾਨਪਾਦ। ਉਤਾਨਪਾਦ ਦੀਆਂ ਦੋ ਪਤਨੀਆਂ ਸਨ, ਸੁਰੂਚੀ ਅਤੇ ਸੁਨੀਤੀ। ਉਤਾਨਪਾਦ ਸੁਰੀਤੀ ਨਾਲੋਂ ਸੁਰੂਚੀ ਨੂੰ ਵਧੇਰੇ ਪਿਆਰ ਕਰਦਾ ਸੀ। ਸੁਨੀਤੀ ਦੇ ਬੇਟੇ ਦਾ ਨਾਮ ਧਰੁਵ ਅਤੇ ਸੁਰੂਚੀ ਦੇ ਬੇਟੇ ਦਾ ਨਾਮ ਉੱਤਮ ਸੀ। ਇੱਕ ਵਾਰ ਉਤਾਨਪਾਦ ਗੱਦੀ 'ਤੇ ਬੈਠਾ ਸੀ। ਧਰੁਵ ਵੀ ਖੇਡਦਾ ਹੋਇਆ ਰਾਜ ਮਹਿਲ ਪਹੁੰਚ ਗਿਆ। ਉਸ ਸਮੇਂ ਉਹ 5 ਸਾਲਾਂ ਦਾ ਸੀ। ਉੱਤਮ ਰਾਜਾ ਉਤਾਨਪਾਦ ਦੀ ਗੋਦੀ ਵਿੱਚ ਬੈਠਾ ਸੀ। ਧਰੁਵ ਨੇ ਵੀ ਰਾਜੇ ਦੀ ਗੋਦੀ ਵਿੱਚ ਚੜ੍ਹਨ ਦੀ ਕੋਸ਼ਿਸ਼ ਕੀਤੀ। ਸੁਰੂਚੀ ਨੂੰ ਆਪਣੀ ਚੰਗੀ ਕਿਸਮਤ ਦਾ ਇੰਨਾ ਮਾਣ ਸੀ ਕਿ ਉਸਨੇ ਧਰੁਵ ਨੂੰ ਝਿੜਕਿਆ ਅਤੇ ਕਿਹਾ, ਇਸ ਗੋਦੀ 'ਤੇ ਚੜ੍ਹਨ ਦਾ ਤੇਰਾ ਕੋਈ ਅਧਿਕਾਰ ਨਹੀਂ ਹੈ। ਜੇ ਤੂੰ ਇਸ ਗੋਦੀ ਵਿੱਚ ਚੜ੍ਹਨਾ ਚਾਹੁੰਦਾ ਹੈ ਤਾਂ ਪਹਿਲਾਂ ਪਰਮਾਤਮਾ ਦੀ ਪੂਜਾ ਕਰਕੇ ਇਸ ਸਰੀਰ ਨੂੰ ਤਿਆਗ ਦੇ ਅਤੇ ਫਿਰ ਮੇਰੀ ਕੁੱਖ ਵਿੱਚ ਪੈਦਾ ਹੋ ਕੇ ਮੇਰਾ ਪੁੱਤਰ ਬਣ। ਫਿਰ ਤੂੰ ਇਸ ਗੋਦੀ 'ਤੇ ਬੈਠਣ ਦਾ ਹੱਕਦਾਰ ਹੋਵੇਗਾ। ਧਰੁਵ ਜੀ ਰੋਂਦੇ ਹੋਏ ਆਪਣੀ ਮਾਤਾ ਕੋਲ ਆਏ, ਮਾਂ ਨੂੰ ਸਾਰੀ ਵਿਅਥਾ ਦੱਸੀ। ਸੁਨੀਤੀ ਨੇ ਸੁਰੂਚੀ ਲਈ ਕਠੋਰ ਸ਼ਬਦ ਨਹੀਂ ਬੋਲੇ। ਉਸਨੇ ਸੋਚਿਆ ਕਿ ਜੇ ਮੈਂ ਉਸਦੀ ਬੁਰਾਈ ਕਰਾਂਗੀ ਤਾਂ ਧਰੁਵ ਦੇ ਦਿਲ ਵਿੱਚ ਸਦਾ ਲਈ ਵੈਰ ਜਾਗ ਜਾਵੇਗਾ। ਸੁਨੀਤੀ ਨੇ ਕਿਹਾ, ਧਰੁਵ, ਤੇਰੀ ਵੀ ਮਾਤਾ ਨੇ ਜੋ ਕਿਹਾ ਹੈ ਉਹ ਸਹੀ ਹੈ। ਪੁੱਤਰ, ਜੇ ਭੀਖ ਮੰਗਣੀ ਹੈ ਤਾਂ ਰੱਬ ਤੋਂ ਕਿਉਂ ਨਹੀਂ ਮੰਗੀ ਜਾਵੇ। ਭਗਵਾਨ ਤੇਰੇ 'ਤੇ ਕਿਰਪਾ ਕਰਨਗੇ, ਤੈਨੂੰ ਪਿਆਰ ਨਾਲ ਬੁਲਾਉਣਗੇ, ਗੋਦ ਵਿੱਚ ਬਿਠਾਉਣਗੇ। ਹੁਣ ਤੂੰ ਜੰਗਲ ਵਿੱਚ ਜਾ ਕੇ ਭਗਵਾਨ ਨਾਰਾਇਣ ਦੀ ਪੂਜਾ ਕਰ। ਇਸ ਤਰ੍ਹਾਂ ਬਾਲਕ ਧਰੁਵ ਮਾਂ ਦਾ ਆਦੇਸ਼ ਪਾ ਕੇ ਤੁਰ ਪਿਆ। ਜਿੱਦਾਂ ਹੀ ਭਗਵਾਨ ਨੂੰ ਲੱਭਣ ਦੇ ਮਾਰਗ 'ਤੇ ਉਹ ਸ਼ਹਿਰ ਤੋਂ ਬਾਹਰ ਨਿਕਲਿਆ ਤਾਂ ਉਸ ਦਾ ਮੇਲ ਦੇਵ ਰਿਸ਼ੀ ਨਾਰਦ ਨਾਲ ਹੋਇਆ। ਇਸ ਲਈ ਕਿਹਾ ਜਾਂਦਾ ਹੈ, ਭਗਵਾਨ ਦੇ ਮਾਰਗ 'ਤੇ ਚੱਲੋ ਤਾਂ ਸਹਾਇਤਾ ਆਪਣੇ ਆਪ ਮਿਲ ਜਾਂਦੀ ਹੈ। ਨਾਰਦ ਜੀ ਨੇ ਧਰੁਵ ਦੇ ਸਿਰ 'ਤੇ ਆਪਣਾ ਹੱਥ ਰੱਖਿਆ ਅਤੇ ਉਸ ਨੂੰ ਸੀਸ ਦਿੱਤੀ ਅਤੇ ਪੁੱਛਿਆ, ਪੁੱਤਰ, ਤੂੰ ਕਿੱਥੇ ਜਾ ਰਿਹਾ ਹੈ? ਧਰੁਵ ਜੀ ਨੇ ਸਾਰੀ ਘਟਨਾ ਬਿਆਨ ਕੀਤੀ। ਨਾਰਦ ਜੀ ਇੱਕ ਛੋਟੀ ਜਿਹੀ ਪ੍ਰੀਖਿਆ ਲੈਣਾ ਚਾਹੁੰਦੇ ਸਨ। ਇੱਕ 5 ਸਾਲ ਦਾ ਲੜਕਾ ਰੱਬ ਦੀ ਭਾਲ ਵਿੱਚ ਨਿਡਰ ਹੋ ਕੇ ਜੰਗਲ ਵਿੱਚ ਜਾ ਰਿਹਾ ਸੀ। ਨਾਰਦ ਜੀ ਜਾਣਦੇ ਸਨ ਕਿ ਇਹ ਝਗੜਾ ਕਰਕੇ ਬਾਹਰ ਆਇਆ ਹੈ। ਉਹ ਵੇਖਣਾ ਚਾਹੁੰਦੇ ਸੀ ਕਿ ਉਹ ਅੱਧ ਵਿਚਕਾਰ ਤੋਂ ਵਾਪਸ ਨਾ ਮੁੜ ਜਾਵੇ। ਨਾਰਦ ਜੀ ਨੇ ਕਿਹਾ, ਪੁੱਤਰ, ਤੂੰ ਸਿਰਫ 5 ਸਾਲ ਦਾ ਹੈ। ਤੇਰਾ ਮਾਣ ਕੀ ਅਤੇ ਅਪਮਾਨ ਕੀ? ਜੇਕਰ ਮਾਂ ਨੇ ਕੁਝ ਕਹਿ ਵੀ ਦਿੱਤਾ ਤਾਂ 5 ਸਾਲ ਦੇ ਬੱਚੇ ਲਈ ਕੀ ਵੱਡੀ ਗੱਲ ਹੈ। ਤੂੰ ਪਰਮਾਤਮਾ ਦੀ ਭਾਲ ਦਾ ਜੋ ਰਸਤਾ ਫੜਿਆ ਹੈ, ਇਹ ਕੋਈ ਸੌਖਾ ਰਸਤਾ ਨਹੀਂ ਹੈ। ਮਹਾਨ ਸੰਤ ਘਰ ਛੱਡ ਕੇ ਆ ਜਾਂਦੇ ਹਨ ਅਤੇ ਉਹਨਾਂ ਦੇ ਵਾਲ ਚਿੱਟੇ ਹੋ ਜਾਂਦੇ ਹਨ, ਪਰ ਫਿਰ ਵੀ ਹਰ ਕੋਈ ਰੱਬ ਨੂੰ ਨਹੀਂ ਲੱਭ ਪਾਉਂਦਾ। ਇੱਕ ਵਾਰ ਵਿਚਾਰ ਕਰ ਲੈ, ਇਹ ਬਹੁਤ ਮੁਸ਼ਕਿਲ ਰਾਹ ਹੈ। ਧਰੁਵ ਜੀ ਨੇ ਕਿਹਾ, ਮਹਾਰਾਜ, ਜੇ ਤੁਸੀਂ ਮੇਰੀ ਇਸ ਰਾਹ 'ਤੇ ਕੋਈ ਸਹਾਇਤਾ ਕਰ ਸਕਦੇ ਹੋ ਤਾਂ ਕਰੋ, ਨਹੀਂ ਤਾਂ ਕਿਰਪਾ ਕਰਕੇ ਮੈਨੂੰ ਸਲਾਹ ਨਾ ਦਿਓ। ਮੈਂ ਇਸ ਰਸਤੇ ਨੂੰ ਨਹੀਂ ਛੱਡਾਂਗਾ। ਨਾਰਦ ਜੀ ਬਹੁਤ ਖੁਸ਼ ਹੋਏ ਅਤੇ ਤੁਰੰਤ ਹੀ ਧਰੁਵ ਜੀ ਨੂੰ ਆਪਣਾ ਚੇਲਾ ਬਣਾ ਲਿਆ। ਪਰਮਾਤਮਾ ਦੀ ਕਿਰਪਾ ਨਾਲ ਧਰੁਵ ਜੀ ਨੇ ਦੀਕਸ਼ਾ ਨਹੀਂ ਮੰਗੀ। ਨਾਰਦ ਜੀ ਨੇ ਆਪਣੇ ਆਪ ਦੀਕਸ਼ਾ ਦੇ ਦਿੱਤੀ। ਨਾਰਦ ਜੀ ਨੇ ਕਿਹਾ, ਪੁੱਤਰ, ਮੈਂ ਤੈਨੂੰ ਮੰਤਰ ਦੇਵਾਂਗਾ। ਨਾਰਦ ਜੀ ਨੇ ਧਰੁਵ ਨੂੰ ਦੁਆਦਕਸ਼ਰ ਮੰਤਰ ਦਿੱਤਾ, ਓਮ ਨਮੋ ਭਗਵਤੇ ਵਾਸੁਦੇਵਾਏ, ਅਤੇ ਕਿਹਾ, ਪੁੱਤਰ, ਵਰਿੰਦਾਵਨ ਜਾ ਕੇ ਇਸ ਮੰਤਰ ਦਾ ਜਾਪ ਕਰ ਅਤੇ ਠਾਕੁਰ ਜੀ ਦੀ ਮਨ, ਬੋਲੀ ਅਤੇ ਕੰਮਾਂ ਨਾਲ ਸੇਵਾ ਕਰ। ਧਰੁਵ ਜੀ ਮਧੂਵਨ ਆਏ ਅਤੇ ਸਾਧਨਾ ਕਰਨ ਲੱਗੇ। ਹੌਲੀ ਹੌਲੀ ਧਰੁਵ ਜੀ ਨੇ ਕਠਿਨ ਸਾਧਨਾ ਸ਼ੁਰੂ ਕਰ ਦਿੱਤੀ। ਧਰੁਵ ਜੀ ਨੇ ਦਾਣੇ ਪਾਣੀ ਦਾ ਤਿਆਗ ਕਰ ਦਿੱਤਾ ਅਤੇ ਪਰਮਾਤਮਾ ਦਾ ਸਿਮਰਨ ਕਰਨ ਲੱਗੇ। ਧਿਆਨ ਕਰਦਿਆਂ
ਧਰੁਵ ਜੀ ਨੂੰ ਭਜਨ ਵਿੱਚ ਇੰਨਾ ਰਸ ਮਿਲਣਾ ਸ਼ੁਰੂ ਹੋ ਗਿਆ ਕਿ ਉਹ ਅੰਗੂਠੇ ਦੀ ਮਦਦ ਨਾਲ ਖੜੇ ਹੋ ਗਏ। ਹੱਥ ਜੋੜ ਕੇ ਦਿਲ ਵਿੱਚ ਪ੍ਰਭੂ ਦਾ ਸਿਮਰਨ ਕੀਤਾ। ਉਹ ਪਰਮਾਤਮਾ ਹਰ ਥਾਂ ਮੌਜੂਦ ਹੈ। ਅਜਿਹਾ ਧਿਆਨ ਕਰਕੇ ਆਪਣੇ ਪ੍ਰਾਣ ਰੋਕ ਲਏ। ਧਰੁਵ ਜੀ ਨੇ ਜਿਉਂ ਹੀ ਸਾਹ ਰੋਕੇ, ਪੂਰੇ ਸੰਸਾਰ ਦੇ ਸਾਹ ਰੁਕ ਗਏ। ਸੰਸਾਰ ਦੇ ਲੋਕ ਤੜਫਣ ਲੱਗੇ। ਦੇਵਤੇ ਭੱਜ ਕੇ ਭਗਵਾਨ ਜੀ ਕੋਲ ਗਏ ਅਤੇ ਕਿਹਾ, ਪ੍ਰਭੂ, ਇਹ ਕੀ ਹੋ ਰਿਹਾ ਹੈ? ਭਗਵਾਨ ਮੁਸਕਰਾਏ ਅਤੇ ਕਿਹਾ, ਮੇਰਾ ਇੱਕ ਛੋਟਾ ਜਿਹਾ ਭਗਤ ਹੈ। ਉਹ ਪ੍ਰਾਣਾਯਾਮ ਕਰਕੇ ਮੇਰਾ ਸਿਮਰਨ ਕਰ ਰਿਹਾ ਹੈ। ਘਬਰਾਓ ਨਾ, ਮੈਂ ਉਸ ਨੂੰ ਮਿਲਣ ਜਾ ਰਿਹਾ ਹਾਂ। ਜਦੋਂ ਪ੍ਰਭੂ ਗਰੁੜ ਜੀ 'ਤੇ ਬੈਠ ਕੇ ਧਰੁਵ ਜੀ ਕੋਲ ਪਹੁੰਚੇ ਤਾਂ ਧਰੁਵ ਜੀ ਹੱਥ ਜੋੜ ਕੇ ਖੜੇ ਸਨ। ਅੱਖਾਂ ਬੰਦ ਸਨ, ਸਰੀਰ ਰੋਮਾਂਚਿਤ ਸੀ, ਪੁਲਕਿਤ ਅਤੇ ਗਦਗਦ ਸੀ। ਧਰੁਵ ਜੀ ਅੰਦਰ ਹੀ ਅੰਦਰ ਠਾਕੁਰ ਜੀ ਨੂੰ ਵੇਖ ਰਹੇ ਸਨ। ਬਾਹਰ ਭਗਵਾਨ ਧਰੁਵ ਜੀ ਦਾ ਦਰਸ਼ਨ ਕਰ ਰਹੇ ਸਨ। ਧਰੁਵ ਜੀ ਆਪਣੀਆਂ ਅੱਖਾਂ ਨਹੀਂ ਖੋਲ੍ਹ ਰਹੇ ਸਨ। ਪਰਮਾਤਮਾ ਨੇ ਲੀਲਾ ਕੀਤੀ ਅਤੇ ਅੰਦਰਲਾ ਸਾਰਾ ਨਜ਼ਾਰਾ ਲੁਕੋ ਦਿੱਤਾ। ਧਰੁਵ ਜੀ ਨੇ ਤ੍ਰਿਭਕ ਕੇ ਅੱਖਾਂ ਖੋਲ੍ਹੀਆਂ ਅਤੇ ਦੇਖਿਆ ਕਿ ਠਾਕੁਰ ਜੀ ਸਾਹਮਣੇ ਮੌਜੂਦ ਸਨ। ਧਰੁਵ ਜੀ ਪ੍ਰਭੂ ਦੀ ਉਸਤਤ ਕਰਨਾ ਚਾਹੁੰਦੇ ਸਨ ਪਰ ਅਸਮਰਥ ਸਨ। ਭਗਵਾਨ ਨੇ ਉਹਨਾਂ ਦੀ ਗੱਲ ਨੂੰ ਸ਼ੰਖ ਨਾਲ ਛੂਹਿਆ। ਧਰੁਵ ਜੀ ਦੇ ਮੂੰਹੋਂ ਹੁਣ ਸਰਸਵਤੀ ਪ੍ਰਗਟ ਹੋਈ ਅਤੇ ਉਹ ਉਸਤਤ ਕਰਨ ਲੱਗੇ। ਹੇ ਪ੍ਰਭੂ, ਮੈਂ ਇਹਨਾਂ 6 ਮਹੀਨਿਆਂ ਵਿੱਚ ਇੰਨਾ ਆਨੰਦ ਲਿਆ ਹੈ ਕਿ ਹੁਣ ਮੈਨੂੰ ਰਾਜ ਦੀ ਇੱਛਾ ਨਹੀਂ ਹੈ। ਰਾਜ ਦੀ ਇੱਛਾ ਮੇਰੇ ਲਈ ਚਿੱਕੜ ਦੀ ਤਰ੍ਹਾਂ ਜਾਪਦੀ ਹੈ। ਮੇਰੀ ਇਸ ਗੰਦਗੀ ਨੂੰ ਖਤਮ ਕਰਕੇ ਆਪਣੇ ਚਰਨਾਂ ਵਿੱਚ ਸਥਾਨ ਦਿਓ ਪ੍ਰਭੂ। ਭਗਵਾਨ ਜੀ ਨੇ ਕਿਹਾ, ਪੁੱਤਰ ਧਰੁਵ, ਤੈਨੂੰ ਮੇਰੇ ਪੈਰਾਂ ਵਿੱਚ ਜਗ੍ਹਾ ਮਿਲੇਗੀ ਹੀ, ਪਰ ਹੁਣ ਤੂੰ ਰਾਜਾ ਬਣ ਅਤੇ ਰਾਜ ਸੁੱਖ ਦਾ ਆਨੰਦ ਭੋਗ। ਜਿਹੜਾ ਵੀ ਮੇਰੇ ਮਾਰਗ 'ਤੇ ਚੱਲਦਾ ਹੈ, ਮੈਂ ਉਸ ਨੂੰ ਸਾਰੀ ਸੰਸਾਰੀ ਖੁਸ਼ੀ ਦੇ ਨਾਲ ਪਰਲੌਕਿਕ ਖੁਸ਼ੀ ਵੀ ਦਿੰਦਾ ਹਾਂ। ਅੰਤ ਵਿੱਚ ਮੈਂ ਤੈਨੂੰ ਉੱਤਮ ਪਦਵੀ ਦੇਵਾਂਗਾ। ਇਸ ਤਰ੍ਹਾਂ ਭਗਵਾਨ ਜੀ ਦਾ ਆਸ਼ੀਰਵਾਦ ਲੈ ਕੇ ਧਰੁਵ ਜੀ ਰਾਜਾ ਬਣ ਗਏ ਅਤੇ ਪ੍ਰਜਾ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ। ਧਰਤੀ 'ਤੇ ਕਈ ਸਾਲ ਰਾਜ ਕਰਨ ਤੋਂ ਬਾਅਦ ਉਹਨਾਂ ਨੇ ਰਾਜ ਦਾ ਭਾਰ ਆਪਣੇ ਪੁੱਤਰ ਨੂੰ ਸੌਂਪਿਆ ਅਤੇ ਬਦਰਿਕ ਆਸ਼ਰਮ ਵਿੱਚ ਚਲੇ ਗਏ ਅਤੇ ਉੱਥੇ ਜਾ ਕੇ ਭਜਨ ਕਰਨ ਲੱਗੇ। ਬਹੁਤ ਸਮੇਂ ਬਾਅਦ ਭਗਵਾਨ ਜੀ ਨੇ ਧਰੁਵ ਜੀ ਨੂੰ ਲੈਣ ਲਈ ਵਿਮਾਨ ਭੇਜਿਆ। ਧਰੁਵ ਜੀ ਨੂੰ ਆਪਣੀ ਮਾਂ ਦੀ ਯਾਦ ਆਈ ਅਤੇ ਉਹਨਾਂ ਕਿਹਾ, ਪ੍ਰਭੂ, ਮੈਂ ਤੁਹਾਨੂੰ ਆਪਣੀ ਮਾਂ ਦੀ ਪ੍ਰੇਰਨਾ ਤੋਂ ਮਿਲਿਆ ਹਾਂ, ਇਸ ਲਈ ਮੈਂ ਆਪਣੀ ਮਾਂ ਨੂੰ ਆਪਣੇ ਨਾਲ ਲੈ ਜਾਵਾਂਗਾ। ਪ੍ਰਭੂ ਨੇ ਕਿਹਾ, ਦੇਖੋ, ਤੇਰੀ ਮਾਤਾ ਦਾ ਵਿਮਾਨ ਤੇਰੇ ਅੱਗੇ ਜਾ ਰਿਹਾ ਹੈ। ਇਸ ਤੋਂ ਬਾਅਦ ਧਰੁਵ ਜੀ ਜਹਾਜ਼ ਵਿੱਚ ਬੈਠ ਕੇ ਧਰੁਵ ਲੋਕ ਪਹੁੰਚੇ, ਜਿਸ ਦੀ ਸਪਤਰਿਸ਼ੀ ਪਰਿਕਰਮਾ ਲੈਂਦੇ ਹਨ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।